ਵਿੱਕੀ ਮਿੱਡੂਖੇੜਾ ਕਤਲ ਮਾਮਲੇ ਦੇ ਵਿੱਚ ਹੁਣ ਸ਼ੱਕ ਦੀ ਸੂਈ ਸਿੱਧੂ ਮੂਸੇਵਾਲਾ ਤੇ ਘੁੰਮਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂ ਇਸ ਪੂਰੇ ਮਾਮਲੇ ਵਿੱਚ ਹੁਣ ਗੂੰਜਦਾ ਹੋਇਆ ਸੁਣਾਈ ਦੇ ਰਿਹਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਦਾ ਕਤਲ ਤਾਂ ਹੋ ਗਿਆ, ਲੇਕਿਨ ਇਸ ਕਤਲ ਦੇ ਵਿੱਚ ਹੁਣ ਨਾਮ ਜੁੜਦੇ ਪਏ ਆ ਬਾਲੀਵੁੱਡ ਇੰਡਸਟਰੀ ਦੇ ਉਹਨਾਂ ਸੈਲੈਬ੍ਰਿਟੀਜ਼ ਦੇ ਜਿਨ੍ਹਾਂ ਦੇ ਨਾਲ ਸਿੱਧੂ ਦਾ ਉੱਠਣਾ ਬੈਠਣਾ ਸੀ। ਅਫਸਾਨਾ ਖਾਨ, ਆਰਨੇ ਦੀ ਭੂਆ ਦਾ ਮੁੰਡਾ ਤੇ ਮੁਖਤਾਰ ਅੰਸਾਰੀ ਦਾ ਸਿੱਧੂ ਨੂੰ ਥਾਪੀ ਮਾਰ ਕੇ ਇਹ ਕਹਿਣਾ ਕਿ ਤੈਨੂੰ ਪੰਜਾਬ ਦਾ ਡਿੰਪੀ ਚੰਦ ਭਾਣ ਬਣਾ ਦਿਆਂਗੇ। ਰਾਜਾ ਵੜਿੰਗ ਤੇ ਉਹਨਾਂ ਦੇ ਨਾਲ ਉਹਨਾਂ ਦੇ ਖਾਸ ਬਾਬਾ ਸੰਧੂ ਦਾ ਜ਼ਿਕਰ ਕਿਉਂ ਹੁੰਦਾ ਪਿਆ? ਸਿੱਧੂ ਨੇ ਆਪਣੇ ਪੈਰ ਤੇ ਆਪ ਕੁਲਾੜੀ ਮਾਰੀ ਤੇ ਜੇ ਵਿੱਕੀ ਜਿਉਂਦਾ ਹੁੰਦਾ ਤਾਂ ਇਦਾਂ ਤਾਂ ਇਸ ਦਾ ਕੰਮ ਨਹੀਂ ਹੁੰਦਾ ਸੀ। ਕਰਨ ਔਜਲੇ ਦੇ ਘਰ ਗੋਲੀਆਂ ਵੀ ਇਸ ਦੇ ਕਹਿਣ ਤੇ ਚਲਵਾਈਆਂ ਗਈਆਂ। ਅਫਸਾਨਾ ਖਾਨ, ਆਰਨੇ ਦੀ ਭੂਆ ਦਾ ਮੁੰਡਾ, ਜਿਹੜੇ ਮਸਲੇ ਸਿੱਧੂ ਦੇ ਨਾਲ ਇੱਕ ਮੁੰਡਾ ਪੜਦਾ ਸੀ ਯੂਨੀਵਰਸਿਟੀ ਵਿੱਚ, ਉਸ ਦਾ ਕਾਲਜ ਮੇਟ ਸੀ। ਉਹ ਮੁੰਡਾ ਇਹਦੇ ਹੱਥੋਂ ਇਸ ਦੇ ਪਿਸਤੌਲ ਤੋਂ ਗੋਲੀ ਲੱਗਣ ਕਾਰਨ ਮਰਿਆ ਸੀ। ਇਸ ਦੇ ਨਾਲ ਦੇ ਬੰਦਿਆਂ ਕੋਲ ਵੀ ਹਥਿਆਰ ਸੀ, ਪਰ ਅਸੀਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ। ਅਸੀਂ ਕਿਸੇ ਦੇ ਨਜਾਇਜ਼ ਪੁੱਤ ਨਹੀਂ ਮਾਰਨੇ। ਪਰ ਸਿੱਧੂ ਹੰਕਿਆਰੇ ਹੀ ਬਹੁਤ ਪਿਆ ਸੀ। ਇਸ ਦੇ ਘਰਦਿਆਂ ਨੂੰ ਪਤਾ ਸੀ, ਉਸ ਦਿਨ ਰੋਂਦੇ ਸੀ ਕਿ ਸਾਡਾ ਮੁੰਡਾ ਨਿਰਦੋਸ਼ ਸੀ। ਇਸ ਦੇ ਘਰਦਿਆਂ ਨੂੰ ਕਹੋ ਕਿ ਗੁਰਦੁਆਰੇ ਖੜ ਕੇ ਖਾ ਲੈਣ ਸੋ। ਸਾਣੇ ਕਤਲ ਬਾਰੇ ਜੋ ਕਹਿ ਰਹੇ ਹੋ ਕਿ ਭਾਗੋ ਮਾਜਰਾ ਦੇ ਮੁੰਡਿਆਂ ਨੇ ਆਪਣੇ ਸਿਰ ਲਿਆ ਸੀ, ਉਹ ਕੀ ਮਾਮਲਾ ਸੀ? ਉਹ ਕਿਹੜਾ ਮੁੰਡਾ ਸੀ ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਸਿੱਧੂ ਹੱਥੋਂ ਉਹ ਕਤਲ ਹੋਇਆ ਸੀ? ਸਿੱਧੂ ਨੇ ਨਵਾਂ ਪਿਸਤੌਲ ਲਿਆ ਸੀ। ਪਿਸਤੌਲ ਦੇਖਦੇ ਹੋਏ ਗੋਲੀ ਚੱਲ ਗਈ ਤੇ ਇਹਦੇ ਹੱਥੋਂ ਉਸ ਦਾ ਹੀ ਆਪਣਾ ਦੋਸਤ ਮਰ ਗਿਆ। ਫਿਰ ਸਿੱਧੂ ਨੇ ਆਪਣੇ ਐਂਟੀ ਗੈਂਗ ਦੇ ਬੰਦਿਆਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਆਪਣਾ ਬੰਦਾ ਭੇਜ ਕੇ ਉਹ ਮਾਮਲਾ ਆਪਣੇ ਸਿਰ ਲੈ ਲਿਆ। ਰਤੇਸ਼ ਜੀ ਇਸ ਦੀ ਕਾਂਗਰਸ ਵਿੱਚ ਰਾਜਾ ਵੜਿੰਗ ਤੇ ਚੰਨੀ ਦੇ ਨਾਲ ਬਹੁਤ ਨੇੜਤਾ ਸੀ। ਜਿਹੜੇ ਮੌਕੇ ਦੇ DIG ਸਾਹਿਬ ਜਾਂ DGP ਸਾਹਿਬ ਸੀ, ਉਹਨਾਂ ਦਾ ਮੁੰਡਾ ਪੁਲਕਿਤ ਇਹਦੇ ਨਾਲ ਹੁੰਦਾ ਸੀ ਹਰ ਸਮੇਂ। ਸਿੱਧੂ ਨੂੰ ਤਾਂ ਇੰਜ ਸੀ ਕਿ ਉਸ ਨੂੰ ਕੋਈ ਕੁਝ ਨਹੀਂ ਕਰ ਸਕਦਾ। ਇਸਨੇ ਬਹੁਤ ਸਾਰੇ ਆਪਣੇ ਅਪਰਾਧ ਪੁਲਿਸ ਨਾਲ ਹੱਥ ਮਿਲਾ ਕੇ ਤੇ ਰਾਜਨੀਤੀ ਦਾ ਸਹਾਰਾ ਲੈ ਕੇ ਲੁਕੋ ਲਏ ਸੀ। ਜੇ ਮੈਂ ਤੁਹਾਨੂੰ ਗੱਲਾਂ ਦੱਸਣ ਲੱਗ ਜਾਵਾਂ ਤਾਂ ਇਹ ਰਿਕਾਰਡਿੰਗ 2-3 ਘੰਟਿਆਂ ਦੀ ਬਣ ਜਾਵੇਗੀ। ਮੈਂ ਤੁਹਾਨੂੰ ਸਾਰੀਆਂ ਗੱਲਾਂ ਲਿਖ ਦੇਵਾਂਗਾ। ਗਾਇਕ ਆਰਨੇ ਦੀ ਭੂਆ ਦਾ ਮੁੰਡਾ ਵਿੱਕੀ ਮਿੱਡੂਖੇੜਾ ਦੇ ਸੂਤਰਾਂ ਨੂੰ ਆਪ ਰੋਟੀ ਦੇ ਕੇ ਆਇਆ। ਹੋਰ ਇਸ ਤੋਂ ਵੱਧ ਕੀ ਸੰਬੰਧ ਭਾਲਦੇ ਹੋ? ਅਸੀਂ ਜੇ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਪਏ ਤਾਂ ਫਿਰ ਤਕੜਾ ਬੰਦਾ ਵੇਖ ਕੇ ਮੂੰਹ ਪਾਸੇ ਕਰਨ ਵਾਲੀ ਗੱਲ ਹੋਊਗੀ। ਵਿੱਕੀ ਮਿੱਡੂਖੇੜਾ ਦਾ ਕਤਲ ਹੁੰਦਾ ਅਗਸਤ 10, 2021 ਨੂੰ, ਅੱਜ ਤੋਂ ਤਕਰੀਬਨ 10-11 ਮਹੀਨੇ ਪਹਿਲਾਂ। ਉਸ ਤੋਂ ਬਾਅਦ ਜਾਂਚ ਪੜਤਾਲ ਹੁੰਦੀ ਹੈ, ਸ਼ੂਟਰ ਫੜੇ ਜਾਂਦੇ ਹਨ। ਪਰ ਅਪ੍ਰੈਲ ਦੇ ਮਹੀਨੇ ਵਿੱਚ ਪਹਿਲੀ ਲੀਡ ਮਿਲਦੀ ਹੈ ਜਦੋਂ ਦਿੱਲੀ ਪੁਲਿਸ ਇਨਪੁਟ ਸ਼ੇਅਰ ਕਰਦੀ ਹੈ ਜੋ ਸ਼ਗਨਪ੍ਰੀਤ ਦੇ ਬਾਰੇ ਸੀ। ਪਰ ਹੁਣ ਜਿਹੜੀ ਪੁਲਿਸ ਦੀ ਜਾਂਚ ਚੱਲ ਰਹੀ ਹੈ, ਉਹ ਕਹਿੰਦੇ ਨੇ ਕਿ ਸਿੱਧੂ ਦੀ ਰੇਕੀ ਸਤੰਬਰ 2021 ਤੋਂ ਸ਼ੁਰੂ ਹੋਈ ਤੇ ਜਨਵਰੀ ਤੋਂ ਬਾਅਦ ਰੇਕੀ ਤੇਜ਼ ਹੋ ਗਈ। ਤੁਸੀਂ ਕਹਿ ਰਹੇ ਹੋ ਕਿ ਵਿੱਕੀ ਮਿੱਡੂਖੇੜਾ ਮਾਮਲੇ ਦੇ ਵਿੱਚ ਪੁਲਿਸ ਨੇ ਸਹੀ ਢੰਗ ਦੇ ਨਾਲ ਜਾਂਚ ਨਹੀਂ ਕੀਤੀ, ਤਾਂ ਕਰਕੇ ਤੁਹਾਨੂੰ ਸਿੱਧੂ ਮੂਸੇਵਾਲਾ ਨੂੰ ਮਾਰਨਾ ਪਿਆ। ਪਰ ਤੁਸੀਂ ਤਾਂ ਸਤੰਬਰ ਜਾਂ ਜਨਵਰੀ ਤੋਂ ਰੇਕੀ ਕਰ ਰਹੇ ਸੀ। ਫਿਰ ਇਹ ਗੱਲ ਕਿਸ ਤਰ੍ਹਾਂ ਸਾਬਤ ਹੁੰਦੀ ਹੈ? ਕਿਉਂਕਿ ਤੁਸੀਂ ਤਾਂ ਪਹਿਲਾਂ ਹੀ ਉਸ ਨੂੰ ਮਾਰਨਾ ਚਾਹੁੰਦੇ ਸੀ। ਰਤੇਸ਼ ਜੀ ਸਾਡੇ ਨਾਲ ਵੀ ਗੱਲਬਾਤ ਕਰਦਾ ਸੀ ਤੇ ਲੱਕੀ ਨਾਲ ਵੀ ਕਰਦਾ ਸੀ। ਕੁਝ ਅਜਿਹੀਆਂ ਗੱਲਾਂ ਹੋ ਗਈਆਂ ਕਿ ਇਹ ਉਹਨਾਂ ਦੇ ਜ਼ਿਆਦਾ ਨੇੜੇ ਹੋ ਗਿਆ ਤੇ ਸਾਡੇ ਉਲਟ ਚੱਲਣ ਲੱਗ ਪਿਆ। ਇਸ ਨੂੰ ਤਾਂ ਅਸੀਂ ਸਾਲ ਪਹਿਲਾਂ ਵੀ ਮਾਰ ਸਕਦੇ ਸੀ, ਪਰ ਉਸਨੇ ਕਾਨਫਰੰਸ ਤੇ ਕਾਲ ਲਗਾ ਕੇ ਤੇ ਰਿੰਦੇ ਨੂੰ ਵਿੱਚ ਪਾ ਕੇ ਰਾਜੀਨਾਮਾ ਕਰ ਲਿਆ ਸੀ। ਉਸਨੇ ਸਾਡੇ ਬੰਦੇ ਰਾਹੀਂ ਰਿੰਦੇ ਨਾਲ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਗੱਲ ਹੋ ਗਈ, ਉਹਨਾਂ ਨੂੰ ਮਾਫ ਕਰੋ, ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਹੁੰਦੀ। ਮੈਂ ਘਰਦਿਆਂ ਦਾ ਇਕੱਲਾ ਮੁੰਡਾ। ਹੋਲਡ ਕਰੋ ਗੋਲਡੀ, ਮੇਰੀ ਤੁਹਾਨੂੰ ਬੇਨਤੀ ਹੈ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਹੈ। ਮੈਂ ਤੇ ਤੁਸੀਂ ਇਸ ਸੰਸਾਰ ਦੇ ਵਿੱਚ ਹਾਂ। ਕੋਈ ਵੀ ਬੰਦਾ ਜੋ ਇਸ ਸੰਸਾਰ ਵਿੱਚ ਨਹੀਂ ਹੈ, ਆਪਾਂ ਉਸ ਬਾਰੇ ਕੋਈ ਗਲਤ ਗੱਲ ਨਹੀਂ ਕਹਿਣੀ ਤੇ ਨਾ ਹੀ ਸੁਣਨੀ ਹੈ। ਭਾਵੇਂ 4 ਗੱਲਾਂ ਨਾ ਦੱਸੋ ਅਤੇ ਜੋ ਗੱਲਾਂ ਦੱਸ ਰਹੇ ਹੋ ਉਹ ਝੂਠ ਨਾ ਹੋਣ। ਰਤੇਸ਼ ਜੀ ਮੈਂ ਜੇ ਝੂਠ ਕਹਿ ਰਿਹਾ ਹੋਵਾਂਗਾ ਤਾਂ ਮੈਂ ਦੇਣਦਾਰ ਹੋਵਾਂਗਾ। ਜਿੱਥੇ ਕਹੋਗੇ ਉਸ ਥਾਂ ਤੇ ਸਰੈਂਡਰ ਕਰ ਦੇਵਾਂਗਾ। ਅਸੀਂ ਆਪਣੇ ਮਰੇ ਹੋਏ ਭਰਾ ਦਾ ਨਾਮ ਆਪਣੀ ਮਸ਼ਹੂਰੀ ਲਈ ਨਹੀਂ ਵਰਤਾਂਗੇ। ਤੁਸੀਂ ਇਹ ਦੇਖੋ, ਜਿਹੜਾ ਬੰਦਾ ਇਸ ਨਾਲ ਖਾ ਪੀ ਰਿਹਾ, ਇਸ ਨਾਲ ਦੁਬਈ ਗਿਆ, ਉਸ ਦੇ 4 ਦਿਨ ਭਗੌੜੇ ਹੋਣ ਤੋਂ ਪਹਿਲਾਂ ਇਹ ਦੁਬਈ ਤੋਂ ਵਾਪਸ ਆਏ ਹਨ। ਉਹ ਬੰਦਾ ਉਹਨਾਂ ਬੰਦਿਆਂ ਨੂੰ ਚੰਡੀਗੜ੍ਹ ਫਲੈਟ ਦੇ ਵਿੱਚ ਲੈ ਕੇ ਆਇਆ ਜਿਸ ਨੇ ਵਿੱਕੀ ਮਿੱਡੂਖੇੜਾ ਵੀਰ ਤੇ ਗੋਲੀਆਂ ਮਾਰੀਆਂ। ਉਹਨਾਂ ਨੂੰ ਆਰਨੇ ਦੀ ਭੂਆ ਦਾ ਮੁੰਡਾ ਰੋਟੀ ਪਾਣੀ ਦੇ ਕੇ ਆਇਆ। ਅਗਲੇ ਦਿਨ ਸਵੇਰੇ ਉਹਨਾਂ ਨੇ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਨਾਮ ਸਾਹਮਣੇ ਆਇਆ ਤੇ ਇਹਨਾਂ ਨੇ ਉਸ ਨੂੰ ਆਸਟ੍ਰੇਲੀਆ ਭੇਜ ਦਿੱਤਾ। ਜੇ ਸੱਚੇ ਸੀ ਤਾਂ ਫਿਰ ਬਿਆਨ ਦਿੰਦੇ। ਸਿੱਧੂ ਵੱਡਾ ਬੰਦਾ ਸੀ, ਉਸ ਉੱਤੇ ਇਲਜ਼ਾਮ ਲੱਗ ਰਹੇ ਸੀ ਤੇ ਉਹ ਆਪਣੇ ਮੈਨੇਜਰ ਨੂੰ ਪੇਸ਼ ਨਹੀਂ ਸੀ ਕਰਵਾ ਸਕਦਾ ਕਿ ਚੱਲ ਮੈਨੇਜਰ ਤੇ ਤਾਂ ਪਰਚਾ ਪੈ ਜਾਊਗਾ ਅਤੇ ਘੱਟ ਤੋਂ ਘੱਟ ਸਿੱਧੂ ਦਾ ਨਾਮ ਤਾਂ ਕਲੀਅਰ ਹੋ ਜਾਵੇਗਾ। ਜਦੋਂ ਇਸ ਦਾ ਨਾਮ ਵਿੱਕੀ ਮਿੱਡੂਖੇੜਾ ਕਤਲ ਕੇਸ ਵਿੱਚ ਆਇਆ, ਉਸ ਦਿਨ ਇਸਨੇ ਰਾਤ ਨੂੰ ਟੈਟੂ ਕਰਵਾਇਆ ਤੇ ਲਿਖਵਾਇਆ ਕਿ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਮੈਂ ਉਸ ਦਾ ਕਿਰਦਾਰ ਸਮਝਾਉਣ ਲਈ ਤੁਹਾਨੂੰ ਉਸ ਦੀਆਂ ਗੱਲਾਂ ਦੱਸ ਰਿਹਾ, ਜਿਨ੍ਹਾਂ ਨਾਲ ਉਸ ਦੀ ਯਾਰੀ ਸੀ ਤੇ ਜਿਨ੍ਹਾਂ ਨਾਲ ਉਸ ਦੀ ਦੁਸ਼ਮਣੀ ਸੀ। ਮੈਂ ਉਸ ਬਾਰੇ ਦੱਸ ਰਿਹਾ। ਓਲਡ ਮੀਡੀਆ ਜਿਹੜੀ ਕੰਪਨੀ ਹੈ ਜੋ ਪੰਜਾਬੀ ਇੰਡਸਟਰੀ ਨੂੰ ਜਾਣਦੇ ਹਨ, ਸਭ ਨੂੰ ਪਤਾ ਕਿ ਓਲਡ ਮੀਡੀਆ ਇੱਕ ਕੰਪਨੀ ਹੈ। ਸਿੱਧੂ ਦੇ ਪਹਿਲੇ ਗਾਣੇ ਤੋਂ ਲੈ ਕੇ ਸਿੱਧੂ ਦੀ ਸਾਰੀ ਡਿਜੀਟਲ ਮਾਰਕੀਟਿੰਗ ਉਹਨਾਂ ਨੇ ਕੀਤੀ ਹੈ। 24 ਘੰਟੇ ਉਹ ਸਿੱਧੂ ਦੇ ਨਾਲ ਘੁੰਮਦੇ ਸੀ। ਸਿਰਫ ਕੰਮ ਤੱਕ ਦਾ ਹੀ ਲਿਹਾਜ਼ ਨਹੀਂ ਸੀ। ਮੁੰਡੇ ਦਾ ਨਾਮ ਅਰਸ਼ ਭੁੱਲਰ ਸੀ।
ਪੁਲਿਸ ਨੇ ਵਿੱਕੀ ਮਿੱਠੂ ਖੇੜਾ ਵਾਲੇ ਕੇਸ ਦੇ ਵਿੱਚ ਮੁਲਜ਼ਮ ਕੀਤਾ। ਰਾਜਾ ਵੜਿੰਗ ਦੇ ਨਾਲ ਜਿਹੜਾ ਬੰਦਾ ਹੁੰਦਾ ਸੀ ਬਾਬਾ ਸੰਧੂ ਜਾਂ ਬਾਬਾ ਸਿੱਧੂ, ਇਹਨਾਂ ਨੇ ਜਾ ਕੇ ਪੇਸ਼ ਕਰਵਾਏ। ਨਾਲ ਮਨਦੀਪ ਧਾਲੀਵਾਲ ਸੀ ਜਿਹੜਾ ਲੱਕੀ ਪਟਿਆਲ ਦਾ ਸਕੂਲ ਤੋਂ ਦੋਸਤ ਹੈ। ਉਹਨਾਂ ਦੇ ਥੱਪੜ ਵੀ ਨਹੀਂ ਵੱਜਿਆ ਕਿਉਂਕਿ ਕਾਂਗਰਸ ਦੀ ਸਰਕਾਰ ਸੀ। ਕਾਂਗਰਸੀ ਬੰਦਿਆਂ ਨੇ ਪੇਸ਼ ਕਰਵਾਏ। ਉਹ ਮਹੀਨੇ 'ਚ ਬਾਹਰ ਆ ਗਏ। ਉਹ ਬੰਦੇ ਸਿੱਧੂ ਦੇ ਨਾਲ ਹੁੰਦੇ ਸੀ। ਹੁਣ ਸਿੱਧੂ ਦੇ ਘਰ ਦੇ ਰੋਈ ਜਾਂਦੇ ਹਨ। ਸਾਨੂੰ ਦੁੱਖ ਹੈ, ਅਸੀਂ ਆਪਣੇ ਘਰ ਵੀ ਇਹ ਹਾਲਾਤ ਵੇਖੇ ਹਨ। ਸਾਡੇ ਆਪਣੇ ਭਰਾ ਮਰੇ ਹਨ। ਅਸੀਂ ਕਿਸੇ ਦੀ ਨਜਾਇਜ਼ ਜਾਨ ਨਹੀਂ ਲਈ। ਇਹ ਛੋਟੇ ਬੰਦੇ ਨਾਲ ਲਈ ਫਿਰਦਾ ਸੀ। ਸਾਡੇ ਬੰਦਿਆਂ ਨੇ ਕਿੰਨਾ ਰਿਸਕ ਲਿਆ ਕਿ ਕਿੰਨੇ ਨੇੜੇ ਜਾ ਕੇ ਮਾਰਿਆ। ਇਸ ਦੇ ਨਾਲ ਦੇ ਬੰਦਿਆਂ ਕੋਲ ਵੀ ਹਥਿਆਰ ਸੀ, ਪਰ ਅਸੀਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ। ਅਸੀਂ ਕਿਸੇ ਦੇ ਨਜਾਇਜ਼ ਪੁੱਤ ਨਹੀਂ ਮਾਰਨੇ। ਪਰ ਸਿੱਧੂ ਹੰਕਿਆ ਰਿਹਾ ਹੀ ਬਹੁਤ ਪਿਆ ਸੀ। ਇਸ ਨੇ ਸਾਨੂੰ ਮਜਬੂਰ ਕਰ ਦਿੱਤਾ ਮਾਰਨ ਲਈ। ਇਹਦਾ ਸਿੱਧਾ ਰੋਲ ਸੀ। ਮੇਰੇ ਕੋਲ ਕੋਈ ਸਟੈਂਪ ਪੇਪਰ ਨਹੀਂ ਹੈ ਜਿਹੜਾ ਮੈਂ ਤੁਹਾਨੂੰ ਵਿਖਾ ਸਕਾਂ। ਇਹਦੀ ਉਹਨਾਂ ਬੰਦਿਆਂ ਨਾਲ ਨੇੜਤਾ ਸੀ ਜਿਨ੍ਹਾਂ ਨਾਲ ਸਾਡੀ ਸਿੱਧੀ ਦੁਸ਼ਮਣੀ ਚੱਲਦੀ ਹੈ। ਇਹ ਉਹਨਾਂ ਦੀ ਮਦਦ ਕਰਦਾ ਸੀ। ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਜਦੋਂ ਸਾਫ਼ ਹੁੰਦਾ ਹੈ ਕਿ ਜਦੋਂ ਦਿੱਲੀ ਪੁਲਿਸ ਦੀ ਇਨਪੁਟ ਆਉਂਦੀ ਹੈ ਕਿ ਵਿੱਕੀ ਮਿੱਠੂ ਖੇੜਾ ਕਤਲ ਦੇ ਵਿੱਚ ਸ਼ਗਨਪ੍ਰੀਤ ਦਾ ਨਾਮ ਆ ਰਿਹਾ, ਫਿਰ ਤੁਹਾਡੀ ਰੇਕੀ ਸਤੰਬਰ ਤੇ ਜਨਵਰੀ ਤੋਂ ਕਿਉਂ ਚੱਲ ਰਹੀ ਸੀ? ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਬਹਾਨਾ ਬਣਾ ਰਹੇ ਹੋ। ਗੁਰਲਾਲ ਬਰਾੜ ਵਾਲੇ ਕਤਲ ਦੇ ਵਿੱਚ ਵੀ ਇਸ ਨੇ ਉਂਗਲ ਲਾਈ ਸੀ। ਸਾਡੀ ਲੱਕੀ ਨਾਲ ਕੋਈ ਦੁਸ਼ਮਣੀ ਨਹੀਂ ਸੀ। ਗੁਰਲਾਲ ਦੀ ਲੱਕੀ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਅਸੀਂ ਜ਼ਿੰਦਗੀ ਵਿੱਚ ਉਸ ਝੂਠ ਦਾ ਨਾਮ ਵੀ ਨਹੀਂ ਸੀ ਸੁਣਿਆ। ਮੈਂ ਗੁਰਲਾਲ ਦੇ ਕਤਲ ਤੋਂ ਬਾਅਦ ਇਸ ਦਾ ਨਾਮ ਸੁਣਿਆ ਕਿਉਂਕਿ ਬੰਦਾ ਇੱਦਾਂ ਦਾ ਹੈ। ਮੇਰੇ ਕੋਲ ਫੋਟੋਆਂ ਪਈਆਂ ਨੇ। ਅਫਸਾਨਾ ਖਾਨ ਗੁਰਲਾਲ ਦੇ ਮਰਨ ਤੋਂ 7-8 ਦਿਨ ਪਹਿਲਾਂ ਗੁਰਲਾਲ ਦੇ ਘਰ ਆਈ ਸੀ ਗੁਰਲਾਲ ਦੇ ਫਲੈਟ ਵਿੱਚ ਪੇਪਰ ਦਸਤਖਤ ਕਰਨ। ਗੁਰਲਾਲ ਨੇ ਇੱਕ ਨਜਾਇਜ਼ ਕੰਪਨੀ ਖੋਲ੍ਹੀ ਸੀ। ਅਫਸਾਨਾ ਖਾਨ ਡੂਇਟ ਕਰ ਰਹੀ ਸੀ। ਕੋਈ ਨਵਾਂ ਮੁੰਡਾ ਲਾਂਚ ਕਰਨਾ ਸੀ। ਮੈਂ ਆਪਣੇ ਭਰਾ ਗੁਰਲਾਲ ਬਰਾੜ ਦੀ ਗੱਲ ਕਰ ਰਿਹਾ। ਉਹ ਗੱਲ ਬਹੁਤ ਬੇਬਾਕ ਕਰਦਾ ਸੀ। ਉੱਥੇ ਕੋਈ ਸਿੱਧੂ ਦੀ ਗੱਲ ਚੱਲੀ। ਉਹਨਾਂ ਦਿਨਾਂ ਵਿੱਚ ਸਿੱਧੂ ਦੀ ਲਾਰੈਂਸ ਵੀਰ ਦੇ ਨਾਲ ਨਿੱਕੀ ਮੋਟੀ ਗੱਲ ਨੂੰ ਲੈ ਕੇ ਅਣਬਣ ਚੱਲ ਰਹੀ ਸੀ। ਗੁਰਲਾਲ ਨੇ ਉੱਥੇ ਬੈਠ ਕੇ ਗੱਲ ਕਹੀ ਕਿ ਸਿੱਧੂ ਪੰਗੇ ਲੈ ਰਿਹਾ ਵੀਰ ਨਾਲ। ਉਹਨਾਂ ਦੇ ਐਂਟੀਆਂ ਨਾਲ ਵਰਤ ਕੇ ਇਸ ਦਾ ਦਿਮਾਗ ਖਰਾਬ ਹੋ ਗਿਆ। ਵੀਰ ਨੇ ਇਹਨੂੰ ਮਰਵਾ ਦੇਣਾ। ਉਹ ਗੱਲ ਅਫਸਾਨਾ ਖਾਨ ਨੇ ਉੱਥੋਂ ਬਾਹਰ ਨਿਕਲਦਿਆਂ ਸਾਰੀ ਗੱਲ ਸਿੱਧੂ ਨਾਲ ਕਰ ਦਿੱਤੀ। ਉਸ ਤੋਂ ਅੱਧੇ ਘੰਟੇ ਬਾਅਦ ਮਨਦੀਪ ਧਾਲੀਵਾਲ ਨੂੰ ਵਿੱਕੀ ਮਿੱਠੂ ਖੇੜਾ ਵਾਲੇ ਕੇਸ ਦੇ ਵਿੱਚ ਬਾਏ ਨੇ ਮੁਲਜ਼ਮ ਮੰਨਿਆ ਗਿਆ। ਉਸਨੇ ਗੁਰਲਾਲ ਦੇ ਨਾਲ ਦੇ ਬੰਦੇ ਨੂੰ ਫੋਨ ਕਰਕੇ ਗਾਲਾਂ ਕੱਢੀਆਂ ਸੀ ਕਿ ਤੁਸੀਂ ਸਿੱਧੂ ਬਾਰੇ ਕਿਵੇਂ ਬੋਲ ਰਹੇ ਹੋ? ਸਿੱਧੂ ਸਾਡਾ ਭਰਾ ਹੈ। ਹੱਥ ਲਾ ਕੇ ਦਿਖਾਓ ਸਿੱਧੂ ਨੂੰ। ਇਹਨਾਂ ਨੇ ਉਹ ਗੱਲ ਹਾਸੇ ਵਿੱਚ ਨਜ਼ਰਅੰਦਾਜ਼ ਕਰ ਦਿੱਤੀ ਤੇ ਸਾਡੇ ਨਾਲ ਕਿਸੇ ਨਾਲ ਨਹੀਂ ਕੀਤੀ। ਤੇ ਉਸ ਤੋਂ 10 ਦਿਨਾਂ ਬਾਅਦ ਗੁਰਲਾਲ ਦਾ ਕਤਲ ਹੋ ਜਾਂਦਾ ਹੈ ਤੇ ਲੱਕੀ ਉਸ ਦੀ ਜ਼ਿੰਮੇਵਾਰੀ ਚੁੱਕਦਾ ਹੈ, ਜਿਸ ਦੀ ਗੁਰਲਾਲ ਨਾਲ ਕੋਈ ਦੁਸ਼ਮਣੀ ਨਹੀਂ ਸੀ। ਤੇ ਉਹ ਕੇਸ ਦੇ ਵਿੱਚ ਤੁਸੀਂ ਬਾਬੇ ਸੰਧੂ ਨੂੰ ਪੁੱਛ ਲਿਓ। ਭਾਵੇਂ ਮੇਰੀ ਬਾਬੇ ਸੰਧੂ ਦੇ ਨਾਲ ਬਣਦੀ ਰਹੀ ਹੈ ਜਦੋਂ ਅਸੀਂ ਚੰਡੀਗੜ੍ਹ ਪੜ੍ਹਦੇ ਸੀ। ਪ੍ਰਧਾਨ ਮੁਲਤਾਨੀ ਸਾਡੇ ਭਰਾ ਸੀ। ਉਹ ਉਹਨਾਂ ਦੇ ਰਿਸ਼ਤੇਦਾਰ ਨੇ। ਮੈਂ ਵੀ ਉਹਨਾਂ ਨਾਲ ਵਰਤਿਆ। ਮੈਨੂੰ ਉਹਨਾਂ ਦਾ ਬਾਅਦ ਵਿੱਚ ਫੋਨ ਵੀ ਆਇਆ। ਗੁਰਲਾਲ ਵਾਲੇ ਕੇਸ ਵਿੱਚ ਮਨਦੀਪ ਧਾਲੀਵਾਲ ਦਾ ਨਾਮ ਆਉਂਦਾ ਰਿਹਾ। ਉਸ ਸਮੇਂ ਉਹਨਾਂ ਨੇ ਪੇਸ਼ ਕਰਵਾਇਆ ਸੀ। ਸਿੱਧੂ ਦੇ ਕਹਿਣ ਤੇ ਇਹ ਗੱਲ ਉਹਨਾਂ ਨੇ ਆਪ ਮੰਨੀ ਹੈ। ਬਾਬੇ ਸੰਧੂ ਨੂੰ ਪੁੱਛ ਲਿਓ, ਨਹੀਂ ਤਾਂ ਮੇਰੇ ਨਾਲ ਫੋਨ ਤੇ ਗੱਲ ਕਰਵਾ ਦਿਓ ਬਾਬੇ ਸੰਧੂ ਦੀ। ਇਹਨਾਂ ਨੇ ਸਿਫਾਰਿਸ਼ ਤੇ ਵਿੱਕੀ ਮਿੱਠੂ ਖੇੜਾ ਵਾਲੇ ਕੇਸ ਵਿੱਚ ਵੀ ਬੰਦੇ ਪੇਸ਼ ਕਰਵਾਏ ਸੀ। 24 ਘੰਟੇ ਇਹ ਦੇ ਨਾਲ ਰਹਿੰਦਾ ਮੈਨੇਜਰ ਬੰਦਾ ਜਿਹੜਾ ਤਨਖਾਹ ਤੇ ਕਿਸੇ ਲਈ ਕੰਮ ਕਰ ਰਿਹਾ। ਉਹਦੀ ਆਪਣੀ ਕੀ ਔਕਾਤ ਹੋਵੇਗੀ ਕਿ ਉਹ ਇਸ ਤੋਂ ਬਾਹਰ ਹੋ ਕੇ ਥੋੜੀ ਕੋਈ ਕੰਮ ਕਰਵਾ ਸਕਦਾ ਹੈ। ਜਿਹੜਾ ਬੰਦਾ ਦੁਨੀਆ ਦਾ ਸੁਪਰਸਟਾਰ ਹੈ, ਉਸ ਦਾ ਮੈਨੇਜਰ ਉਸ ਦੇ ਨਾਲ ਇੱਕੋ ਕਮਰੇ ਵਿੱਚ ਰਹਿ ਰਿਹਾ ਸੀ। ਉਹ ਆਪਣੇ ਬੰਦਿਆਂ ਤੋਂ ਬਾਹਰ ਹੋ ਕੇ ਥੋੜੀ ਕੋਈ ਕੰਮ ਕਰੇਗਾ। ਨਾਲੇ ਇਸ ਦੀ ਇੰਨਾ ਬੰਦਿਆਂ ਦੇ ਨਾਲ ਬਣਦੀ ਹੈ। ਸਾਰੀ ਦੁਨੀਆ ਨੂੰ ਪਤਾ ਹੈ ਕਿ ਗਿੱਪੀ ਗਰੇਵਾਲ ਨੂੰ ਜਾਂ ਪਰਮੇਸ਼ ਵਰਗਿਆਂ ਨੂੰ ਕਹੋ ਕਿ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ, ਉਹਨਾਂ ਦੇ ਮੂਹਰੇ ਜਾ ਕੇ ਸਹੁੰ ਖਾਓ ਕਿ ਜਿਹੜੇ ਬੰਦਿਆਂ ਨੇ ਇਹਨਾਂ ਦੇ ਕੋਲੋਂ ਐਕਸਟੋਰਸ਼ਨ ਲਈ ਹੈ, ਉਹਨਾਂ ਦੀ ਸਿੱਧੂ ਨਾਲ ਬਣਦੀ ਸੀ ਕਿ ਨਹੀਂ।